ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਸਾਡੇ ਐਮਐਲਏ ਨੇ ਉਹਨਾਂ ਨੂੰ ਇਹਨਾਂ ਨੇ ਟਰਾਂਸਪੋਰਟ ਮਹਿਕਮਾ ਦੇ ਦਿੱਤਾ। ਕੈਬਨਿਟ ਮੰਤਰੀ ਬਣ ਗਏ, ਕਲੀਅਰ ਮੰਤਰੀ ਬਣਨ ਸਾਰ ਇਹਨਾਂ ਨੇ ਪਹਿਲਾਂ ਸਾਡੇ ਤੇ ਹੀ ਨਕੇਲ ਕੱਸਤੀ। ਸਰਕਾਰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਟਰਾਂਸਪੋਰਟ ਮਾਫੀਆ, ਜਦ ਕਿ ਅਸੀਂ ਕੋਈ ਟਰਾਂਸਪੋਰਟ ਮਾਫੀਆ ਨਹੀਂ, ਸਰਕਾਰ ਦੇ ਅਸੀਂ ਕਮਾਊ ਪੁੱਤ। ਪਿਛਲੇ ਸਮੇਂ ਦੇ ਦੌਰਾਨ ਜਦੋਂ ਕੋਵਿਡ ਆਇਆ, ਟੈਕਸ ਵਾਸਤੇ ਸਾਨੂੰ ਛੋਟ ਸਰਕਾਰ ਨੇ ਹੀ ਦਿੱਤੀ, ਸਰਕਾਰ ਨੇ ਹੀ ਪ੍ਰੋਮਿਸ ਕੀਤਾ, ਉਹਦੇ ਚੱਲਦੇ ਅਸੀਂ ਬੱਸਾਂ ਆਪਦੀਆਂ ਚਲਾਈ ਗਏ। ਕਿਉਂਕਿ ਕੋਵਿਡ ਦੇ ਵਿੱਚ ਬੱਸਾਂ ਚੱਲੀਆਂ ਹੀ ਨਹੀਂ ਤੇ ਜਿਸ ਟਾਈਮ ਦੇ ਵਿੱਚ ਚੱਲੀਆਂ 50% ਕੈਪੈਸਿਟੀ ਨਾਲ ਹੀ ਚੱਲੀਆਂ, ਸੋ ਇਸ ਕਰਕੇ ਸਾਡਾ ਦੇਣਾ ਬਣਦਾ ਨਹੀਂ ਮੰਨੇ ਜੀ, ਕਹਿੰਦਾ ਮੈਂ ਲਊਂਗਾ। ਅਸੀਂ ਕਿਹਾ ਜੀ ਫਿਰ ਅੱਧਾ ਲੈ ਲਓ, ਕਿਉਂਕਿ ਤੁਸੀਂ ਸਾਨੂੰ ਅਲਾਉਡ ਹੀ 50% ਕੀਤਾ, ਸਾਰਾ ਲਊਂਗਾ, ਜਿਵੇਂ ਜਵਾਕ ਕਰਦੇ ਹੁੰਦੇ ਆ। ਇਹ ਗੱਲਾਂ ਵਰਬਲੀ ਹੋਊਗਾ ਕਿਵੇਂ ਹੋਊਗਾ, ਮਤਲਬ ਜੀ ਸਾਡੇ ਆਪਰੇਟਰ ਜਾ ਕੇ ਮਿਲੇ ਆ, ਉਹਨਾਂ ਨੇ ਦੱਸਿਆ, ਆਪਰੇਟਰਸ ਨੇ ਸਾਨੂੰ ਆ ਕੇ ਦੱਸਿਆ ਵੀ ਮੈਂ ਨਹੀਂ ਮਾਫ ਕਰਦਾ, ਸਾਡੀਆਂ 4 ਕਿਸ਼ਤਾਂ ਬਣਾ ਦਿਓ, ਐਂ ਕਰ ਲਓ। ਕਹਿੰਦੇ ਚਲੋ ਇਹ ਦੇਖ ਲੈਂਦੇ। ਕਿਸ਼ਤਾਂ 4 ਆਰਟੀਐਸ ਨੇ ਸਾਡੀਆਂ ਬਣਾਤੀਆਂ। ਪਹਿਲੀ ਕਿਸ਼ਤ ਸਾਡੀ ਉਹਨਾਂ ਨੇ ਭਰਾ ਵੀ ਲਈ, ਭਰਾਉਣ ਤੋਂ ਬਾਅਦ ਸਾਡੀਆਂ 6 ਬੱਸਾਂ ਉਦੋਂ ਅੰਦਰ ਸੀ, ਛੱਡ ਵੀ ਦਿੱਤੀਆਂ। ਅਗਲੇ ਦਿਨ 13 ਬੱਸਾਂ ਫੜ ਕੇ ਫਿਰ ਅੰਦਰ ਦੇ ਦਿੱਤੀਆਂ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਲੋਕਮਤ ਟੀਵੀ। ਮੈਂ ਜਸਪਾਲ ਮਾਨ। ਪੰਜਾਬ ਕੈਬਨਿਟ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਜਿਹੜੇ ਮੰਤਰੀ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਵੱਲੋਂ ਵੱਡੀ ਕਾਰਵਾਈ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੀਤੀ ਗਈ ਸੀ। ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਸਿਆਸਤ ਵੀ ਲਗਾਤਾਰ ਆ ਜਿਹੜੀ ਭਖ ਰਹੀ ਆ, ਔਰ ਇਸ ਮਸਲੇ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਜਿਹੜੇ ਟਰਾਂਸਪੋਰਟਰਾਂ ਦੇ ਉੱਪਰ ਕਾਰਵਾਈ ਹੋਈ ਸੀ, ਉਹਨਾਂ ਵਿੱਚ 2 ਪ੍ਰਮੁੱਖ ਟਰਾਂਸਪੋਰਟਰ ਸੀਗੇ ਔਰ ਦੋਨੋਂ ਅਕਾਲੀ ਦਲ ਦੇ ਸੀ। ਉਹਨਾਂ ਨੂੰ ਰਾਹਤ ਮਿਲੀ ਹੈ ਹਾਈ ਕੋਰਟ ਦੇ ਵਿੱਚੋਂ। ਔਰ ਇਸ ਮਸਲੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਟਰਾਂਸਪੋਰਟੀਏ ਔਰ ਹਲਕਾ ਗਿੱਦੜਬਾਹਾ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਹਰਦੀਪ ਸਿੰਘ ਡਿੰਪੀ ਜੀ ਨੇ। ਡਿੰਪੀ ਢਿੱਲੋਂ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ, ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ। ਸਭ ਤੋਂ ਪਹਿਲਾਂ ਮੇਰਾ ਸਵਾਲ ਕਿ ਜੋ ਰਾਹਤ ਮਿਲੀ ਆ ਉਹਦੇ ਬਾਰੇ ਥੋੜ੍ਹਾ ਜਿਹਾ ਬਰੀਫ ਕਰ ਦਿਓ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੇ ਨਾਲ ਕੀ ਰਾਹਤ ਮਿਲੀ ਆ ਔਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਰਕਾਰ ਦੇ ਉੱਤੇ ਜਿਹੜੇ ਸਵਾਲ ਚੱਕੇ ਜਾ ਰਹੇ ਸੀ ਸਰਕਾਰ ਵੱਲੋਂ ਉਹ ਨਕਾਰੇ ਗਏ ਤੁਹਾਡੇ ਸਾਈਡ ਤੋਂ। ਸਰ ਐਕਚੁਅਲੀ ਸਰਕਾਰ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਟਰਾਂਸਪੋਰਟ ਮਾਫੀਆ, ਜਦ ਕਿ ਅਸੀਂ ਕੋਈ ਟਰਾਂਸਪੋਰਟ ਮਾਫੀਆ ਨਹੀਂ, ਸਰਕਾਰ ਦੇ ਅਸੀਂ ਕਮਾਊ ਪੁੱਤ। ਅਸੀਂ ਆਪਦਾ ਟੈਕਸ ਭਰਦੇ ਸੀ ਤੇ ਬੱਸਾਂ ਚਲਾਉਂਦੇ ਸੀ। ਪਿਛਲੇ ਸਮੇਂ ਦੇ ਦੌਰਾਨ ਜਦੋਂ ਕੋਵਿਡ ਆਇਆ, ਟੈਕਸ ਵਾਸਤੇ ਸਾਨੂੰ ਛੋਟ ਸਰਕਾਰ ਨੇ ਹੀ ਦਿੱਤੀ, ਸਰਕਾਰ ਨੇ ਹੀ ਪ੍ਰੋਮਿਸ ਕੀਤਾ, ਉਹਦੇ ਚੱਲਦੇ ਅਸੀਂ ਬੱਸਾਂ ਆਪਦੀਆਂ ਚਲਾਈ ਗਏ। ਆਫਟਰ ਦੈਟ ਅਚਨਚੇਤ ਕੈਪਟਨ ਸਾਹਿਬ ਦੀ ਮਤਲਬ ਕਿ ਗੱਦੀਓਂ ਉਤਰਨਾ ਹੋ ਗਿਆ ਤੇ ਚੰਨੀ ਸਾਹਿਬ ਨੂੰ ਇਹ ਗੱਦੀ ਮਿਲ ਗਈ, ਵਜ਼ਾਰਤ ਚੇਂਜ ਹੋ ਗਈ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਸਾਡੇ ਐਮਐਲਏ ਨੇ, ਉਹਨਾਂ ਨੂੰ ਇਹਨਾਂ ਨੇ ਟਰਾਂਸਪੋਰਟ ਮਹਿਕਮਾ ਦੇ ਦਿੱਤਾ। ਕੈਬਨਿਟ ਮੰਤਰੀ ਬਣ ਗਏ, ਕਲੀਅਰ ਆ। ਮੰਤਰੀ ਬਣਨ ਸਾਰ ਇਹਨਾਂ ਨੇ ਪਹਿਲਾਂ ਸਾਡੇ ਤੇ ਹੀ ਨਕੇਲ ਕੱਸਤੀ। ਤੁਸੀਂ ਟੈਕਸ ਨਹੀਂ ਭਰਦੇ, ਅਸੀਂ ਕਿਹਾ ਜੀ ਇਸ ਤਰ੍ਹਾਂ ਕਰਕੇ ਤੁਹਾਡੇ ਉਹੀ ਅੱਜ ਫਾਈਨੈਂਸ ਮਿਨਿਸਟਰ ਆ, ਉਹਨਾਂ ਨੂੰ ਪੁੱਛੋ ਵੀ ਉਹਨਾਂ ਨੇ ਸਾਨੂੰ ਰਿਲੀਫ ਦਿੱਤਾ ਪਿਆ ਸੀ। ਅਸੀਂ ਕੋਈ ਇਹ ਨਹੀਂ ਵੀ ਟੈਕਸ ਅਸੀਂ ਖਾਧਾ ਜਾਂ ਕੋਈ ਚੋਰੀ ਕੀਤਾ, ਰਿਲੀਫ ਮਿਲਿਆ ਹੋਇਆ ਸੀ। ਕਿਉਂਕਿ ਕੋਵਿਡ ਦੇ ਵਿੱਚ ਬੱਸਾਂ ਚੱਲੀਆਂ ਹੀ ਨਹੀਂ ਤੇ ਜਿਸ ਟਾਈਮ ਦੇ ਵਿੱਚ ਚੱਲੀਆਂ 50% ਕੈਪੈਸਿਟੀ ਨਾਲ ਹੀ ਚੱਲੀਆਂ, ਸੋ ਇਸ ਕਰਕੇ ਸਾਡਾ ਦੇਣਾ ਬਣਦਾ ਨਹੀਂ ਮੰਨੇ ਜੀ, ਕਹਿੰਦਾ ਮੈਂ ਲਊਂਗਾ। ਅਸੀਂ ਕਿਹਾ ਜੀ ਫਿਰ ਅੱਧਾ ਲੈ ਲਓ, ਕਿਉਂਕਿ ਤੁਸੀਂ ਸਾਨੂੰ ਅਲਾਉਡ ਹੀ 50% ਕੀਤਾ, ਸਾਰਾ ਲਊਂਗਾ, ਜਿਵੇਂ ਜਵਾਕ ਕਰਦੇ ਹੁੰਦੇ ਆ। ਇਹ ਗੱਲਾਂ ਵਰਬਲੀ ਹੋਊਗਾ ਕਿਵੇਂ ਹੋਊਗਾ, ਮਤਲਬ ਜੀ ਸਾਡੇ ਆਪਰੇਟਰ ਜਾ ਕੇ ਮਿਲੇ ਆ, ਉਹਨਾਂ ਨੇ ਦੱਸਿਆ, ਆਪਰੇਟਰਸ ਨੇ ਸਾਨੂੰ ਆ ਕੇ ਦੱਸਿਆ ਵੀ ਮੈਂ ਨਹੀਂ ਮਾਫ ਕਰਦਾ। ਕਹਿੰਦੇ ਉਹ ਕਹਿੰਦੇ ਜੀ ਚਲੋ ਨਹੀਂ ਮਾਫ ਕਰਨਾ, ਚਲੋ ਹੁਣ ਤੁਸੀਂ ਸਰਕਾਰ 'ਚੋਂ ਟਰਾਂਸਪੋਰਟ ਮੰਤਰੀ ਹੋ, ਤੁਹਾਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਸਾਡੀਆਂ 4 ਕਿਸ਼ਤਾਂ ਬਣਾ ਦਿਓ, ਐਂ ਕਰ ਲਓ। ਕਹਿੰਦੇ ਚਲੋ ਇਹ ਦੇਖ ਲੈਂਦੇ। ਕਿਸ਼ਤਾਂ 4 ਆਰਟੀਐਸ ਨੇ ਸਾਡੀਆਂ ਬਣਾਤੀਆਂ। ਪਹਿਲੀ ਕਿਸ਼ਤ ਸਾਡੀ ਉਹਨਾਂ ਨੇ ਭਰਾ ਵੀ ਲਈ, ਭਰਾਉਣ ਤੋਂ ਬਾਅਦ ਸਾਡੀਆਂ 6 ਬੱਸਾਂ ਉਦੋਂ ਅੰਦਰ ਸੀ, ਛੱਡ ਵੀ ਦਿੱਤੀਆਂ। ਅਗਲੇ ਦਿਨ 13 ਬੱਸਾਂ ਫੜ ਕੇ ਫਿਰ ਅੰਦਰ ਦੇ ਦਿੱਤੀਆਂ। ਕਿਹੜੇ ਦਿਨ ਦੀ ਗੱਲ ਆ, ਕੋਈ ਅੰਦਾਜ਼ਾ? ਇਹ
ਪਿਛਲੇ ਮਹੀਨੇ ਦੀ ਗੱਲ ਆ ਜੀ, ਇਹ ਅਕਤੂਬਰ ਦੀ ਮੇਰੇ ਹੁਣ ਐਗਜ਼ੈਕਟ ਡੇਟ ਨਹੀਂ ਯਾਦ। ਤੇ ਅਸੀਂ ਪੁੱਛਿਆ ਆਰਟੀਏ ਸਾਹਿਬ ਨੂੰ ਵੀ ਸਰ ਵੀ ਕੱਲ ਛੱਡੀਆਂ ਸੀ ਅੱਜ ਫੇਰ ਫੜ ਲਈਆਂ, ਵੀ ਕੀ ਚੱਕਰ ਪੈ ਗਿਆ? ਉਹ ਕਹਿੰਦੇ ਜੀ ਮੰਤਰੀ ਸਾਹਿਬ ਜੀ ਆਪਦੀ ਉਸ ਗੱਲ ਤੋਂ ਵੀ ਮੁਨਕਰ ਹੋ ਗਏ, ਕਹਿੰਦੇ ਜੀ ਸਾਰਾ ਟੈਕਸ ਭਰਾਓ, ਨਹੀਂ ਛੱਡਣੀਆਂ। ਇਹ ਗੱਲ ਤੁਹਾਨੂੰ ਆਫੀਸਰ ਨੇ ਆਖੀ ਜਿਹੜੇ? ਜਦੋਂ ਓਬਵੀਅਸਲੀ ਜੀ 65 ਲੱਖ ਰੁਪਈਆ ਤੁਸੀਂ ਭਰਾ ਕੇ ਬੱਸਾਂ ਛੱਡ ਕੇ ਅਗਲੇ ਦਿਨ ਦੁਬਾਰਾ ਫੜਦੇ ਹੋ ਤਾਂ ਓਬਵੀਅਸਲੀ ਅਫਸਰ ਨੇ ਤਾਂ ਬਣਾ ਕੇ ਦਿੱਤੀ ਸੀ, ਅਫਸਰ ਤਾਂ ਉਹਨਾਂ ਦੇ ਵੱਜੇ ਆ ਵਿਚਾਰੇ। ਚਲੋ ਅਗਲੇ ਦਿਨ ਫੇਰ ਦੇਤੀਆਂ ਅੰਦਰ ਜੀ, ਅਸੀਂ ਆਪਦਾ ਐਪੀਲੇਟ ਟ੍ਰਿਬਿਊਨਲ ਦੇ ਅਪੀਲ ਪਾਤੀ, ਅਪੀਲ ਸਾਡੀ ਹਜੇ ਪੈਂਡਿੰਗ ਪਈ ਆ ਤੇ ਇਹਨਾਂ ਨੇ ਸਾਡੇ ਪਰਮਿਟ ਹੀ ਰੱਦ ਕਰਤੇ 12 ਤਰੀਕ ਨੂੰ, ਐਸੇ ਮਹੀਨੇ ਦੀ 12 ਤਰੀਕ ਨੂੰ। ਅਸੀਂ ਉਹਦੇ ਅਗੇਂਸਟ ਅਪੀਲ ਪਾਤੀ ਹਾਈ ਕੋਰਟ ਦੇ ਵਿੱਚ। ਮਾਣਯੋਗ ਹਾਈ ਕੋਰਟ ਨੇ ਕੱਲ੍ਹ ਦੀ ਡੇਟ ਸਾਨੂੰ ਦਿੱਤੀ ਸੀ ਤੇ ਕੱਲ੍ਹ ਉਹਨਾਂ ਨੇ ਫਿਰ ਕਲੀਅਰ ਕੱਟ ਟਰਾਂਸਪੋਰਟ ਮਿਨਿਸਟਰ ਨੂੰ ਇੱਕ ਨੋਟਿਸ ਭੇਜਿਆ ਵੀ ਸਾਨੂੰ ਜਵਾਬ ਦੇ ਵੀ ਤੁਹਾਡੇ ਤੇ ਐਲੀਗੇਸ਼ਨ ਇਹ ਲੱਗਿਆ ਵੀ ਸਾਡੇ ਨਾਲ ਵੈਂਡੇਟਾ ਪੋਲਿਟਿਕਸ ਹੋ ਰਹੀ ਆ, ਵੀ ਜੇ ਟੈਕਸ ਸਾਡਾ ਤੁਸੀਂ ਸਾਡੇ ਤੇ ਐਲੀਗੇਸ਼ਨ ਇਹ ਲਾਇਆ ਵੀ ਤੁਹਾਡਾ ਟੈਕਸ ਟੁੱਟਿਆ ਹੋਇਆ। ਡਨ। ਜਦ ਕਿ ਇਹ ਕੰਪਨੀ ਕਹਿ ਰਹੀ ਹੈ ਜੀ ਅਸੀਂ 4 ਇੰਸਟਾਲਮੈਂਟਸ ਕਰਾਉਣਾ ਚਾਹੁੰਦੇ ਆ, ਉਹਦਾ ਫੈਸਲਾ ਤੁਸੀਂ ਕੀਤਾ ਨਹੀਂ, ਪੈਂਡਿੰਗ ਪਿਆ, ਚੱਕ ਕੇ ਤੁਸੀਂ ਪਰਮਿਟ ਕੈਂਸਲ ਕਰਤੇ। ਨੰਬਰ 2, ਪਰਮਿਟ ਤੁਸੀਂ ਇਕੱਲੇ ਇਹਨਾਂ ਦੇ ਕੈਂਸਲ ਕੀਤੇ, ਡਿਫਾਲਟਰ ਸਾਰਾ ਪੰਜਾਬ ਆ ਤੁਹਾਡੇ ਅਕੋਰਡਿੰਗ, ਕਿਉਂਕਿ ਤੁਸੀਂ ਟੈਕਸ ਮਾਫ ਕਰਨ ਤੋਂ ਮੁੱਕਰ ਗਏ, ਉਸ ਨਾਲ ਫਿਰ ਸਾਰਾ ਪੰਜਾਬ ਹੀ ਡਿਫਾਲਟਰ ਹੋ ਗਿਆ। ਕਿਸੇ ਦੇ ਹੋਰ ਪਰਮਿਟ ਕੈਂਸਲ ਕੀਤੇ ਹੋਣ। ਇਹਨਾਂ ਦੀ ਜਾਨ ਬਚਾਉਣ ਵਾਸਤੇ ਪਟਵਾਲੀਆ ਸਾਹਿਬ ਜੋ ਰੀਸੈਂਟਲੀ ਪਰਸੋਂ ਏਜੀ ਬਣਾਏ ਸੀ ਤੇ ਕੱਲ ਉਹਨਾਂ ਦੀ ਵਿਚਾਰਾਂ ਦੀ ਪੇਸ਼ੀ ਪਵਾਤੀ, ਹਜੇ ਆਪਦੀ ਉਹਨਾਂ ਨੇ ਕੁਰਸੀ ਵੀ ਨਹੀਂ ਸੰਭਾਲੀ ਸੀ, ਜਸਟ ਬਿਕੋਜ਼ ਆਫ ਇਨਕੰਪੀਟੈਂਟ ਟਰਾਂਸਪੋਰਟ ਮਿਨਿਸਟਰ। ਉਹਨਾਂ ਨੂੰ ਲਿਆ ਕੇ ਸਾਰੀ ਪੰਜਾਬ ਸਰਕਾਰ ਨੂੰ ਇਹਨਾਂ ਨੇ ਕਟਹਿਰੇ 'ਚ ਖੜਾ ਕਰਤਾ, ਸਿਰਫ ਇਹਨਾਂ ਦੀ ਨਲਾਇਕੀ ਕਰਕੇ। ਮੈਂ ਤੁਹਾਨੂੰ ਇੱਥੇ ਰੋਕ ਰਿਹਾ ਜੀ, ਠੀਕ ਹੈ ਇਹ ਗੱਲ ਤਾਂ ਹੋ ਗਈ, ਪਰ ਢਿੱਲੋਂ ਸਾਹਿਬ ਗੱਲ ਹੈ ਵੀ ਟਰਾਂਸਪੋਰਟਰਾਂ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ, ਤੁਹਾਡਾ ਇੱਕ ਵੱਡਾ ਨਾਮ ਆ, ਬਾਦਲ ਪਰਿਵਾਰ ਹੋ ਗਿਆ, ਦੂਸਰਾ ਤੁਹਾਡਾ ਹੋ ਗਿਆ। ਜਦੋਂ ਕੋਈ ਕਾਰਵਾਈ ਹੁੰਦੀ ਹੈ ਤਾਂ ਉੱਪਰੋਂ ਥੱਲੇ ਨੂੰ ਹੁੰਦੀ ਹੈ ਨਾ, ਇਹਦੇ ਵਿੱਚ ਤਾਂ ਕੋਈ ਵੈਸੇ ਕੋਈ ਸ਼ੱਕ ਵਾਲੀ ਗੱਲ ਤਾਂ ਹੈ ਨਹੀਂ। ਜੇ ਤੁਹਾਨੂੰ ਲੱਗਦਾ ਕਿ ਮਤਲਬ ਮੈਂ ਚਲੋ ਠੀਕ ਹੈ ਤੁਸੀਂ ਪੋਲੀਟੀਕਲੀ ਵੀ ਇੱਕ ਦੂਸਰੇ ਦੇ ਜਿਹੜਾ ਕੰਪੀਟੀਟਰ ਹੋ, ਉਹ ਗੱਲ ਅਲੱਗ ਰਹਿ ਗਈ, ਪਰ ਪੰਜਾਬ ਦੇ ਵਿੱਚ ਵੱਡੇ ਟਰਾਂਸਪੋਰਟਰ ਤਾਂ ਤੁਸੀਂ ਵੀ ਹੋ ਨਾ, ਵੱਡੇ ਟਰਾਂਸਪੋਰਟਰ ਹੋ, ਤਾਂ ਕਹਿ ਰਹੇ ਕਿ ਕਾਰਵਾਈ ਤਾਂ ਉੱਪਰ ਤੋਂ ਥੱਲੇ ਤੇ ਹੋਈ ਨਾ, ਸਰਕਾਰ ਤਾਂ ਜਸਟੀਫਾਈ ਕਰਦੀ ਇਸ ਤਰੀਕੇ ਨਾਲ। ਉੱਪਰੋਂ ਥੱਲੇ ਨੂੰ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਜੀ। ਮੈਂ ਕਹਿ ਰਿਹਾ ਜੀ ਕਿ ਵੱਡੇ ਟਰਾਂਸਪੋਰਟਰ ਆ ਜਿਹੜੇ, ਜਿਸ ਤਰ੍ਹਾਂ ਤੁਸੀਂ ਇੱਕ ਵੱਡੇ ਟਰਾਂਸਪੋਰਟਰ ਆ ਗਏ, ਬਾਦਲ ਪਰਿਵਾਰ ਆ ਗਿਆ, ਹੋਰ ਕੋਈ ਮੇਰੇ ਹਿਸਾਬ ਨਾਲ ਹੋ ਸਕਦਾ ਟਰਾਂਸਪੋਰਟਰ ਹੁਣ ਤੁਹਾਡੇ ਨਾਲ ਉਨੀ ਕੀ ਛੋਟੇ ਹੋਣ, ਤਾਂ ਕਰਕੇ ਵੀ ਇਹ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਵੱਡੇ ਟਰਾਂਸਪੋਰਟਰਾਂ ਦੇ ਉੱਪਰ ਕਾਰਵਾਈ ਹੋਈ ਜਿਨ੍ਹਾਂ ਦਾ ਜ਼ਿਆਦਾ ਡਿਊ ਸੀਗੇ, ਜ਼ਿਆਦਾ ਟੈਕਸਸ। ਮੈਂ ਇਹ ਕਹਿ ਰਿਹਾ। ਨਹੀਂ ਸਰ, ਮੈਂ ਇੱਕ ਮਾਫ ਕਰਨਾ, ਪਹਿਲੀ ਗੱਲ ਤਾਂ ਮੈਂ ਤੁਹਾਡਾ ਇਸ ਗੱਲ ਦਾ ਇਹ ਜਵਾਬ ਦਿੰਦਾ ਵੀ ਜੇ ਕੋਈ ਅਮੀਰ ਬੰਦਾ, ਕੋਈ 100 ਕਿੱਲੇ ਵਾਲਾ ਬੰਦਾ ਉਹ ਕਤਲ ਕਰਦੇ ਤੇ ਜੇ ਕੋਈ ਗਰੀਬ ਬੰਦਾ ਕਤਲ ਕਰਦੇ ਤੇ ਪਹਿਲਾਂ ਕਾਰਵਾਈ 100 ਕਿੱਲੇ ਵਾਲੇ ਤੇ ਹੋਊਗੀ, ਗਰੀਬ ਤੇ ਨਹੀਂ ਹੁੰਦੀ। ਉਹ ਗੱਲ ਅਲੱਗ ਹੈ, ਮੈਂ ਸਮਝ ਗਿਆ ਤੁਹਾਡੀ ਗੱਲ, ਠੀਕ ਹੈ। ਉਹਦੇ ਉੱਥੇ ਤਾਂ ਦੋਨਾਂ ਲਈ ਇੱਕੋ ਚੀਜ਼ ਬਣੀ ਹੋਈ ਹੈ ਨਾ। ਨਹੀਂ ਉੱਥੇ ਤਾਂ ਨਹੀਂ ਢਿੱਲੋਂ ਸਾਹਿਬ, ਮੈਂ ਤੁਹਾਡੀ ਗੱਲ ਠੀਕ ਹੈ, ਉੱਥੇ ਤਾਂ ਚਲੋ ਠੀਕ ਹੈ, ਦੋਨਾਂ ਨੇ ਇੱਕੋ ਜਿਹੜਾ ਜੁਰਮ ਕਰਤਾ। ਤੁਹਾਡੀ ਗੱਲ ਵਿਚਾਲੇ ਆ, ਤੁਹਾਡਾ ਪੰਜਾਬ ਲੋਕਮਤ ਟੀਵੀ ਆ ਤੇ ਦੂਜੇ ਪਾਸੇ ਤੁਸੀਂ ਆਪਣਾ ਜ਼ੀ ਨਿਊਜ਼ ਤੇ ਆ ਜਾਓ। ਟੀਵੀ ਚੈਨਲ ਤਾਂ ਟੀਵੀ ਚੈਨਲ ਆ ਨਾ, ਚਾਹੇ ਇਹ ਲਾ ਲਓ ਤੇ ਚਾਹੇ ਉਹ ਲਾ ਲਓ। ਹਾਲਾਂਕਿ ਉਹਦੇ ਫੋਲੋਅਰਸ ਵੱਧਦਾ, ਨਿਊਜ਼ ਤਾਂ ਤੁਹਾਨੂੰ ਵੀ ਅਸੀਂ ਉਹੀ ਬਾਈਟ ਦੇ ਰਹੇ ਹਾਂ, ਉਹਨਾਂ ਨੂੰ ਮੈਂ ਇਹੀ ਬਾਈਟ ਦੇ ਰਿਹਾ, ਉਹਨਾਂ ਨੂੰ ਕੋਈ ਐਕਸਟਰਾ ਤਾਂ ਦੇ ਨਹੀਂ ਰਿਹਾ। ਮੁੱਦਿਆਂ ਦੀ ਗੱਲ ਆ ਜਾਂਦੀ ਹੈ ਨਾ, ਉਦੋਂ ਮੁੱਦਿਆਂ ਤੇ ਆ ਕੇ ਡਿਫਰੈਂਸ਼ੀਏਟ ਹੋ ਜਾਂਦਾ ਕਿ ਯਾਰ ਮੁੱਦੇ ਚੱਕਦੇ ਆ ਕਿ ਨਹੀਂ ਚੱਕਦੇ ਆ। ਇਹ ਵੀ ਮੁੱਦਾ ਹੀ ਆ ਸਰ, ਟੈਕਸ ਸਾਡਾ ਟੁੱਟਿਆ ਹੋਇਆ, ਟੈਕਸ ਹੀ ਉਹਨਾਂ ਦਾ ਟੁੱਟਿਆ ਹੋਇਆ। ਤੁਹਾਡੀ ਚਲੋ ਇਹ ਤਾਂ ਮੈਂ ਇੱਕ ਗੱਲ ਦਾ ਤੁਹਾਡੇ ਦਾ ਜਵਾਬ ਦਿੱਤਾ ਸੀ। ਹੁਣ ਅਗਲੀ ਗੱਲ ਆ ਜਾਓ, ਸਰਦਾਰ ਅਵਤਾਰ ਸਿੰਘ ਹੈਨਰੀ ਕਰਤਾਰ ਬੱਸ ਸਰਵਿਸ ਵਾਲੇ, ਉਹ ਤਾਂ ਵੱਡੇ ਟਰਾਂਸਪੋਰਟਰ ਆ, 110 ਬੱਸਾਂ ਦਾ ਫਲੀਟ ਆ ਉਹਨਾਂ ਕੋਲੇ, 2 ਕਰੋੜ ਤੋਂ ਉੱਤੇ ਟੈਕਸ ਟੁੱਟਿਆ ਹੋਇਆ, ਉਹਨਾਂ ਦੀ ਹਾਈ ਥਿੰਕ ਕੋਈ ਬੱਸ ਨਹੀਂ ਅੰਦਰ ਦਿੱਤੀ। ਤੁਸੀਂ ਇਹ ਚੀਜ਼ ਪੁੱਛੀ ਕਿਤੇ ਪ੍ਰੈਸ ਕਾਨਫਰੰਸ ਵੀ ਸ਼ਾਇਦ ਤੁਸੀਂ ਸਵਾਲ ਚੱਕੇ ਸੀ ਇਹਨਾਂ ਚੀਜ਼ਾਂ ਦੇ ਉੱਤੇ, ਤੇ ਉਸ ਤੋਂ ਬਾਅਦ ਜਵਾਬ ਕੀ ਮਿਲਿਆ ਸਰਕਾਰ ਤਰਫੋਂ ਜਾਂ ਵਿਭਾਗ ਦੇ ਕਰਮਚਾਰੀ ਹੈ ਜਿਹੜੇ ਹਾਈ ਪ੍ਰੋਫਾਈਲ ਅਫਸਰ ਆ, ਉਹਨਾਂ ਦੀ ਗੱਲ ਕੋਈ ਜਵਾਬ ਨਹੀਂ। ਜੇ ਉਹਨਾਂ ਕੋਲੇ ਜਵਾਬ ਹੁੰਦਾ ਭਾਈ ਸਾਹਿਬ, ਸਾਡੇ ਪਰਮਿਟ ਦੁਬਾਰਾ ਹਾਈ ਕੋਰਟ, ਮਾਣਯੋਗ ਹਾਈ ਕੋਰਟ ਦੁਬਾਰਾ ਸਾਨੂੰ ਬਹਾਲ ਨਹੀਂ ਕਰਦੀ ਸੀ ਅਗਰ ਅਸੀਂ ਕਿਤੇ ਨਾ ਕਿਤੇ ਗਿਲਟੀ ਹੁੰਦੇ। ਵੀ ਵਰ ਨਾਟ ਗਿਲਟੀ ਐਟ ਆਲ। ਉਦੋਂ ਬਾਅਦ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਸਾਹਿਬ MLA ਫਰੀਦਕੋਟ, ਉਹ ਛੋਟੇ ਆਪਰੇਟਰ ਆ ਜੀ, ਵੱਡੇ ਆਪਰੇਟਰ ਆ। ਸਰਦਾਰ ਫਤਿਹ ਸਿੰਘ ਲਿਬੜਾ ਸਾਹਿਬ, ਸਾਰੇ ਪੰਜਾਬ 'ਚ ਉਹਨਾਂ ਦਾ ਆਪਣਾ ਨੰਬਰ ਆ ਲਿਬੜਾ ਬੱਸ ਸਰਵਿਸ ਦਾ,
7-8 ਕਰੋੜ ਦੇ ਕਰੀਬ ਉਹਨਾਂ ਦਾ ਟੈਕਸ ਟੁੱਟਿਆ ਹੋਇਆ। ਅੰਬਾਲਾ ਬੱਸ ਸਿੰਡੀਕੇਟ ਸਭ ਤੋਂ ਵੱਡੀ ਟਰਾਂਸਪੋਰਟ ਨੰਬਰ 1 ਤੇ ਪੰਜਾਬ ਦੀ, ਉਹਨਾਂ ਦਾ ਟੈਕਸ ਟੁੱਟਿਆ ਹੋਇਆ, ਕੋਈ ਉਹਨਾਂ ਨੂੰ ਸਜ਼ਾ ਨਹੀਂ। ਮੈਂ ਨਹੀਂ ਕਹਿੰਦਾ ਵੀ ਦਿਓ, ਇਹ ਮੈਂ ਤੁਹਾਡੇ ਕੁਐਸਚਨ ਦਾ ਆਨਸਰ ਦੇ ਰਿਹਾ। ਉਦੋਂ ਬਾਅਦ ਆ ਗਈ ਜੀ ਪਿਆਰ ਬੱਸ ਸਰਵਿਸ ਅੰਮ੍ਰਿਤਸਰ ਦੀ, ਡਿੰਪਾ ਜੀ ਉਹ MP ਇੱਕ ਆਪਣਾ ਖਡੂਰ ਸਾਹਿਬ ਤੋਂ ਸਰਦਾਰ ਜਸਵੀਰ ਸਿੰਘ ਜੀ ਡਿੰਪਾ ਸਾਹਿਬ, ਬਹੁਤ ਵੱਡੀ ਟਰਾਂਸਪੋਰਟ ਆ, ਬੜਾ ਵੱਡਾ ਨਾਮ ਆ, ਸਾਡੇ ਨਾਲ ਕਿਤੇ ਵੱਡੇ ਬੰਦੇ ਆ, ਕੋਈ ਕਾਰਵਾਈ ਨਹੀਂ। ਮਤਲਬ ਵਾਈ ਓਨਲੀ ਵੀ ਟਾਰਗੇਟਡ, ਸਿਰਫ ਇਸ ਕਰਕੇ ਕਿ ਸਾਥੋਂ ਮੰਤਰੀ ਜੀ ਡਰੇ ਵੇ ਆ, ਆਪਦੇ ਹਲਕੇ 'ਚ ਖੋਖਲੇ ਹੋ ਚੁੱਕੇ ਆ, ਇੱਥੇ ਪਕੜ ਨਹੀਂ ਬਣ ਰਹੀ, ਹਰ ਚੀਜ਼ ਉਹਨਾਂ ਦੀ ਸੁਭਾਅ ਬਣ ਗਿਆ ਵੀ ਮੈਂ ਦਬਾਅ ਨਾਲ ਪ੍ਰੈਸ਼ਰ ਨਾਲ ਦੱਬ ਕੇ ਕੰਮ ਕਰਾਂ, ਹਰ ਬੰਦੇ ਨੂੰ ਦਬਾ ਕੇ ਰੱਖਿਆ ਹੋਇਆ ਉਹਨਾਂ ਨੇ। ਇਵੇਂ ਜਿਵੇਂ ਸਾਨੂੰ ਵੀ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਦੀਆਂ ਬੱਸਾਂ ਅੰਦਰ ਦੇ ਤਾਂ ਇਹਨਾਂ ਦੀ ਆਮਦਨ ਖਤਮ ਹੋ ਜੂ, ਇਹਨਾਂ ਦਾ ਦਿਮਾਗ ਉਸ ਪਾਸੇ ਚੱਲਣ ਲੱਗ ਜੂ, ਮੈਂ ਫ੍ਰੀ ਹੈਂਡ ਹੋ ਜੂਆਂ ਇੱਥੇ ਕੰਮ ਕਰਨ ਵਾਸਤੇ, ਇਹਨਾਂ ਨੂੰ ਮੈਂਟਲੀ ਡਿਸਟਰਬ ਕਰੋ। ਪਰ ਮੇਰਾ ਮਾਲਕ ਮੇਰੇ ਤੇ ਰਾਜੀ ਅੱਜ, ਤੇ ਦੂਜਾ ਉੱਤੇ ਰੱਬ, ਸਿਆਣੇ ਕਹਿੰਦੇ ਤੇ ਥੱਲੇ ਜੱਜ, ਇਹ ਦੋਨਾਂ ਦੀ ਸਾਡੇ ਤੇ ਕਿਰਪਾ ਹੈਗੀ ਆ। ਉੱਤੇ ਉਸ ਪਰਮਾਤਮਾ ਨੇ ਕਿਰਪਾ ਕਰਨੀ ਹੈ ਤੇ ਥੱਲੇ ਦੋ ਜੱਜ ਸਾਹਿਬਾਨਾਂ ਨੇ ਸਾਡੇ ਤੇ ਪੂਰੀ ਕਿਰਪਾ ਕੀਤੀ ਆ। ਔਰ ਸਾਥੋਂ ਤੁਹਾਨੂੰ ਗੱਲ ਹੋਰ ਦੱਸਦਾ, ਅਸੀਂ ਟੈਕਸ ਭਰਨ ਨੂੰ ਤਿਆਰ ਸੀ ਪਹਿਲਾਂ ਹੀ, ਪਰਮਿਟ ਕਰਨ ਇਹਨਾਂ ਦੇ ਕੈਂਸਲ ਕਰਨ ਤੋਂ ਪਹਿਲਾਂ ਹੀ ਤਿਆਰ ਹੋ ਗਏ ਸੀ ਵੀ ਯਾਰ ਭਰੋ, ਇਹ ਆਪਾਂ ਕਲੇਸ਼ ਨਿਬੇੜੋ ਰੋਜ਼ ਦਾ। ਅਸੀਂ ਆਪਦੇ ਫਾਈਨੈਂਸ ਕਰਾਏ, ਅਸੀਂ ਆਪਦੀਆਂ ਲਿਮਟਾਂ ਬਣਾਈਆਂ, ਕੁਛ ਕੀਤਾ ABC, ਪਰ ਸਰਕਾਰ ਨੂੰ ਅਸੀਂ ਕਿਹਾ ਯਾਰ ਦਿੰਦੇ ਕਰੋ ਪੈਸੇ, ਵੀ ਕਿਉਂ ਇਹਨੇ ਰੋਜ਼ ਕਲੇਸ਼ ਕਰਨਾ, ਆਪਾਂ ਇਸ ਤੋਂ ਬਾਹਰ ਨਿਕਲੋ। ਇਹਨਾਂ ਨੇ ਸਾਨੂੰ OTP ਨਹੀਂ ਦਿੱਤਾ ਜੀ ਟੈਕਸ ਭਰਨ ਵਾਸਤੇ, ਜਿਹੜਾ ਕਿ ਸਾਨੂੰ ਗਵਰਨਮੈਂਟ ਦਿੰਦੀ ਹੁੰਦੀ ਆ, RTA, ਉਹਨਾਂ ਨੂੰ ਰੋਕਿਆ, ਮੰਤਰੀ ਜੀ ਨੇ ਉਹਨਾਂ ਨੂੰ ਰੋਕਿਆ, OTP ਨਹੀਂ ਦਿੱਤਾ। ਕਿੰਨੇ ਕੁ ਦਿਨ ਉਹਦੇ ਪਿੱਛੇ ਤੁਸੀਂ OTP ਪਿੱਛੇ ਮਤਲਬ 1 ਹਫ਼ਤਾ ਪੂਰਾ ਤੁਰੇ ਫਿਰੇ। ਇਸੇ ਕਰਕੇ ਕੱਲ ਅਸੀਂ ਮਾਨਯੋਗ ਹਾਈ ਕੋਰਟ ਤੋਂ ਹੁਕਮ ਦਵਾਏ ਆ RTA ਸਾਹਿਬ ਨੂੰ ਵੀ ਇਹਨਾਂ ਦਾ ਟੈਕਸ ਭਰਾਓ। ਅੱਜ ਸਾਡੇ ਕੋਲੇ ਆਰਡਰਸ ਆਏ ਆ ਹਾਈ ਕੋਰਟ ਦੇ, ਅੱਜ ਹੁਣ ਸਾਡੇ ਕੋਲੇ ਆਰਡਰਸ ਆਏ, ਕੱਲ ਨੂੰ ਅਸੀਂ ਟੈਕਸ ਭਰ ਦਾਂਗੇ। ਠੀਕ ਹੈ, ਹੁਣ ਹਾਈ ਕੋਰਟ ਤੋਂ ਬਾਅਦ ਸਰਕਾਰ ਸੁਪਰੀਮ ਕੋਰਟ ਚਲੀ ਜਾਊਗੀ, ਫਿਰ ਉਹਦਾ ਕੀ ਹੱਲ ਆ? ਤੇ ਅਸੀਂ ਵੀ ਜਾ ਵੜਾਂਗੇ ਸੁਪਰੀਮ ਕੋਰਟ, ਸਾਤੋਂ ਕਿਹੜਾ ਕੋਈ ਦਿੱਲੀ ਦੂਰ ਆ ਜੀ, ਅਸੀਂ ਪਹੁੰਚ ਜਾਾਂਗੇ। ਮਗਰ ਜਾਊ ਕਿਹੜੇ ਬੇਸ ਤੇ ਜੀ, ਮੈਨੂੰ ਐਂ ਤਾਂ ਦੱਸ ਦਿਓ। ਜੇ ਸਰਕਾਰ ਸੁਪਰੀਮ ਕੋਰਟ ਜਾਂਦੀ ਆ ਜੀ, ਸਾਰਾ ਪੰਜਾਬ ਡਿਫਾਲਟਰ ਆ, ਕੋਈ ਅਸੀਂ ਇਕੱਲੇ ਤਾਂ ਹੈ ਨਹੀਂ। ਅਸੀਂ ਤਾਂ ਆਪਦਾ, ਹੁਣ ਤਾਂ ਸਾਡੇ ਵਾਸਤੇ ਹੋਰ ਸੌਖਾ ਕੰਮ ਹੋ ਗਿਆ, ਅਸੀਂ ਤਾਂ ਟੈਕਸ ਹੀ ਭਰਤਾ, ਆਪਦਾ ਗੱਲ ਹੀ ਨਿਬੜ ਗਈ। ਹੁਣ ਕੀ ਲੈ ਕੇ ਜਾਊਗੀ ਸਰਕਾਰ ਉਹਦੇ ਸੁਪਰੀਮ ਕੋਰਟ? ਹੁਣ ਤਾਂ ਬਾਕੀ ਰਗੜੇ ਜਾਣਗੇ। ਜੇ ਸਰਕਾਰ ਸੁਪਰੀਮ ਕੋਰਟ ਜਾਊਗੀ ਨਾ ਜੀ, ਇਹਨਾਂ ਦੇ ਰਗੜੇ ਜਾਣਗੇ, ਹੁਣ ਸਾਨੂੰ ਕੋਈ ਫਰਕ ਨਹੀਂ ਪੈਂਦਾ। ਫਿਰ ਇਹਦਾ ਮਤਲਬ ਸਰਕਾਰ ਨਹੀਂ ਜਾਊਗੀ, ਆਪਦੇ ਉੱਤੇ ਕਾਰਵਾਈ ਹੋ ਜੂ ਇਸ ਤਰੀਕੇ ਨਾਲ? ਸਵਾਲ ਹੀ ਨਹੀਂ, ਤੁਸੀਂ ਲੈ, ਮੈਂ ਚੈਲੰਜ ਕਰਦਾ, ਜੇ ਸੁਪਰੀਮ ਕੋਰਟ ਜਾ ਵੜੇ, ਜਾ ਕੇ ਵਿਖਾ ਦੇ ਮੈਨੂੰ। ਇਹਨਾਂ ਕੋਲੇ ਕੋਈ ਆਪਣਾ ਮੁੱਦਾ ਹੀ ਹੈ ਨਹੀਂ ਜੀ। ਜੇ ਕੋਈ ਮੁੱਦਾ ਹੋਊ ਤਾਂ ਫੇਰ ਹੀ ਜਾਊ ਨਾ ਜੀ, ਅਸੀਂ ਗਲਤੀ ਕਿਤੇ ਨਹੀਂ। ਇੱਕ ਚੀਜ਼ ਹੋਰ ਢਿੱਲੋਂ ਸਾਹਿਬ, ਕਿ ਤੁਸੀਂ ਗੱਲ ਕੀਤੀ ਸੀ ਕਿ ਫਾਈਨੈਂਸ਼ੀਅਲੀ ਲਾਸ ਕਰਨ ਦੀ, ਫਾਈਨੈਂਸ਼ੀਅਲੀ ਪੋਲੀਟੀਕਲੀ ਇੱਕ ਦੂਸਰੇ ਉੱਤੇ ਅਟੈਕ ਕਰਨਾ, ਉਹ ਅਲੱਗ ਗੱਲਾਂ, ਠੀਕ ਹੈ। ਪੋਲੀਟੀਕਲੀ ਚਲੋ ਸਟੇਟਮੈਂਟਾਂ ਦਿੰਦੇ ਆ, ਤੁਸੀਂ ਵੀ ਉਹਨਾਂ ਦੇ ਖਿਲਾਫ ਦਿੰਦੇ ਹੋ, ਉਹ ਵੀ ਤੁਹਾਡੇ ਖਿਲਾਫ ਦਿੰਦੇ ਆ। ਇਸ ਤਰ੍ਹਾਂ ਨਾਲ ਫਾਈਨੈਂਸ਼ੀਅਲੀ ਜਿਹੜਾ ਉਹ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਡੈਂਟ ਪਿਆ ਤੁਹਾਡੇ ਤੇ? ਡੈਮੇਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜੀ, ਡੈਮੇਜ ਕੀਤਾ। ਤੁਹਾਡੇ ਸਾਹਮਣੇ ਹੀ ਆ ਜੀ, 62 ਬੱਸਾਂ ਮੇਰੀਆਂ ਅੰਦਰ ਖੜੀਆਂ, ਸਾਰੇ ਫਲੀਟ ਦਾ ਮੇਰੇ ਦਾ ਇਹਨਾਂ ਨੇ ਪਰਮਿਟ ਕੈਂਸਲ ਕਰਤੇ। ਇਦੋਂ ਵੱਧ ਡੈਮੇਜ ਕੀ ਹੋਊਗਾ ਜੀ? 7-8 ਲੱਖ ਰੁਪਈਆ ਮੇਰਾ ਰੋਜ਼ ਦਾ ਇਹ ਲਾਸ ਕਰ ਰਹੇ ਆ, ਜਿਹਦੇ 'ਚੋਂ ਮੈਂ ਸਰਕਾਰ ਨੂੰ ਟੈਕਸ ਵੀ ਦਿੰਦਾ। 30 ਲੱਖ ਰੁਪਈਆ ਮੈਂ ਹਰ ਮਹੀਨੇ ਟੈਕਸ ਜਮ੍ਹਾਂ ਕਰਾਉਣਾ ਸਰਕਾਰ ਦਾ, ਉਹ ਵੀ ਮੇਰਾ ਲਾਸ ਹੋਇਆ। ਮੇਰਾ ਕੀ, ਗਵਰਨਮੈਂਟ ਦਾ ਹੀ ਹੋਇਆ ਲਾਸ, ਜਦੋਂ ਬੱਸਾਂ ਤਾਂ ਮੇਰੀ ਇਹਨਾਂ ਨੇ ਆਪਣੇ ਰੂਟ ਪਰਮਿਟ ਮੇਰੇ ਰੱਦ ਕਰਤੇ। ਓਬਵੀਅਸਲੀ ਇਹਨਾਂ ਦਾ ਹੀ ਹੋਇਆ ਲਾਸ ਜੀ। ਚਲੋ ਮੇਰਾ ਤਾਂ ਜਿਹੜਾ ਹੋਇਆ ਹੀ ਆ, ਮਤਲਬ ਕਿ ਲਾਸ ਤਾਂ ਦੇਖੋ ਪੂਰਾ ਹੀ ਹੋਇਆ। ਔਰ ਮੈਂ ਮੈਂਟਲੀ ਵੀ, ਚਾਹੇ ਕਿੰਨਾ ਹੀ ਬੰਦਾ ਆਪਦੇ ਆਪ ਨੂੰ ਤਕੜਾ ਕਰ ਲੇ, ਥੋੜ੍ਹਾ ਬਹੁਤਾ ਮੈਂਟਲੀ ਦਾ ਬੰਦਾ ਡਿਸਟਰਬ ਹੁੰਦਾ ਹੀ ਆ। ਪਰ ਮੈਂ ਆਪਦਾ ਮਨ ਐਂ ਸਮਝਾ ਲਿਆ ਵੀ ਇਹ ਵੀ ਇਲੈਕਸ਼ਨ ਖਾਤੇ ਹੀ ਪਾ ਦਿਓ, ਕੰਮ ਨਿਬੇੜੋ ਪਰਾਂ। ਅੱਛਾ, ਹੋਰ ਕੀ ਆ ਜੀ, ਫਿਰ ਹੁਣ ਐਂ ਸਮਝਾਂਗੇ ਵੀ ਇਹ ਵੀ ਇਲੈਕਸ਼ਨ 'ਚ ਜਾਣਗੇ। ਅੱਛਾ, ਇੱਕ ਚੀਜ਼ ਹੋਰ ਇਲੈਕਸ਼ਨ ਦੀ ਗੱਲ ਆ ਗਈ, ਕੰਪੇਨ ਦੇ ਵਿੱਚ ਤੁਹਾਡਾ ਪੂਰਾ ਪਰਿਵਾਰ ਆ ਜਿਹੜਾ, ਉਹ ਬੜਾ ਦੇਖਿਆ ਕਿ ਪਹਿਲਾਂ ਸੀਗਾ ਕਿ ਤੁਸੀਂ ਸੀਗੇ, ਸਨੀ ਜੀ ਹੋ ਗਏ ਜਾਂ ਆਬੇ ਸੀਗਾ, ਜ਼ਿਆਦਾਤਰ 3 ਜਾਣੇ ਜ਼ਿਆਦਾ ਹੁੰਦੇ ਸੀਗੇ। ਨਾਲ ਦੀ ਨਾਲ ਹੁਣ ਜਿਸ ਤਰ੍ਹਾਂ ਦੇ ਨਾਲ ਸਨੀ ਦੇ ਵਾਈਫ ਵੀ ਆ ਗਏ ਨੇ, ਔਰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਪਰਿਵਾਰ 'ਚੋਂ ਵੀ ਤੁਹਾਡੇ ਵਾਈਫ ਜਾਂ ਹੋਰ ਵੀ ਕੋਈ ਰਿਲੇਟਿਵ ਆ ਜਿਹੜੇ ਹੋਰ ਕਰੀਬੀ ਆ, ਉਹ ਵੀ ਇਸ ਤਰ੍ਹਾਂ ਹੁਣ ਦਿਖਣਗੇ। ਸਰ, ਅਸੀਂ, ਸਾਡੇ ਫੈਮਿਲੀ ਦੀ ਇੱਕ ਯੂਨਿਟੀ ਆ ਜੀ, ਇੱਕ ਸਾਡੇ ਕਾਮਯਾਬੀ ਦਾ ਰਾਜ਼ ਇਹੀ ਆ, ਜੋ ਇੰਨੀ ਸਾਨੂੰ ਪਰਮਾਤਮਾ ਨੇ ਬਰਕਤ ਦਿੱਤੀ ਆ ਨਾ ਜੀ, ਉਹ ਇਸੇ ਕਰਕੇ ਦਿੱਤੀ ਹੈ ਵੀ ਸਾਡੀ ਇੱਕ ਮੁੱਠੀ ਬਣਦਾ। ਮੇਰਾ ਬੇਟਾ ਵੀ ਕੰਮ ਕਰਦਾ ਜੀ, ਸ਼ਾਇਦ ਤੁਸੀਂ ਉਹ ਵੇਖਿਆ ਨਹੀਂ, ਉਹ ਚੁੱਪ ਕਰਕੇ ਜੇ ਕੰਮ ਕਰਦਾ, ਬਾਹਲਾ ਲਾਈਮਲਾਈਟ 'ਚ ਨਹੀਂ ਆਉਂਦਾ। ਅਬੇ ਤਾਂ ਤੁਸੀਂ ਰੋਜ਼ ਦੇਖਦੇ ਹੀ ਹੋ ਵੀ ਉਹ ਵੀ ਮੇਰਾ ਬੇਟਾ ਹੀ ਆ। ਮੈਂ ਤਾਂ ਸਣੀ ਨੂੰ ਵੀ ਬੇਟਾ ਹੀ ਮੰਨਦਾ, ਕਿਉਂਕਿ ਮੈਂ ਤੋਂ 8 ਸਾਲ ਛੋਟਾ, ਉਹਨੂੰ ਮੈਂ ਬੇਟਾ ਹੀ ਸਮਝਦਾ। ਸਣੀ ਦੀ ਵਾਈਫ ਹਜੇ ਉਮਰ ਛੋਟੀ ਆ, ਯੰਗ ਆ, ਹਿੰਮਤੀ ਆ,
ਉਹਨੂੰ ਅਲੱਗ-ਅਲੱਗ ਅਸੀਂ ਇੱਕ ਮਤਲਬ ਕਿ ਪੋਰਸ਼ਨ ਵੰਡ ਲਿਆ ਹਰੇਕ ਬੰਦੇ ਨੂੰ, ਤੈਨੂੰ ਆ, ਉੱਥੇ ਤੁਸੀਂ ਕੰਮ ਕਰਨਾ, ਇੱਥੇ ਤੁਸੀਂ ਕਰਨਾ। ਉਸ ਢੰਗ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ। ਇਵੇਂ ਜਿਵੇਂ ਕੱਲ ਨੂੰ ਪੈਵੀ ਦੀ ਵਾਈਫ ਨੂੰ ਵੀ ਅਸੀਂ ਇੱਕ ਏਰੀਆ ਦੇਵਾਂਗੇ, ਫਿਰ ਮੇਰੀ ਬੇਟੀ ਨੇ ਵੀ ਆ ਜਾਣਾ, ਮੇਰੇ ਜਵਾਈ ਨੇ ਵੀ ਆ ਜਾਣਾ, ਉਹਨਾਂ ਨੇ ਵੀ ਕੰਮ ਕਰਨਾ। ਦੇਖੋ ਅਸੀਂ ਪੂਰਾ ਕਨਸੈਂਟਰੇਟ ਕਰਕੇ ਪੂਰੇ ਲਗਨ ਨਾਲ ਕੰਮ ਕਰਨਾ, ਹਰੇਕ ਬੰਦੇ ਤੱਕ ਅਪਰੋਚ ਕਰਨੀ ਹੈ ਵੀ ਯਾਰ ਸਾਨੂੰ ਮੌਕਾ ਦਿਓ, ਤੁਹਾਡੇ ਇਸ ਹਲਕੇ ਦੇ ਆ, ਤੁਹਾਡੀ ਸੇਵਾ ਕਰਨੀ, ਸੇਵਾ ਕਰਨ ਵਾਸਤੇ ਮਿਹਨਤ ਕਰਨਾ ਸਾਡਾ ਫਰਜ਼ ਬਣਦਾ, ਉਹ ਅਸੀਂ ਪੂਰੀ ਕਰਾਂਗੇ, ਫਲ ਉਸ ਪਰਮਾਤਮਾ ਨੇ ਦੇਣਾ। ਮੇਰਾ ਅਖੀਰਲਾ ਸਵਾਲ ਹੈ, ਜਿਹੜੀ ਤੁਸੀਂ ਇਨਪੁਟ ਦਿਓਗੇ ਜਾਂ ਇਲੈਕਸ਼ਨਾਂ ਦੇ ਵਿੱਚ ਪ੍ਰਚਾਰ ਕਰੋਗੇ, ਉਹਦਾ ਜਿਹੜੀ ਆਊਟਪੁੱਟ ਆ ਤੁਹਾਡੇ ਫੇਵਰ 'ਚ ਰਹਿੰਦੀ ਆ, ਉਸ ਤੋਂ ਬਾਅਦ ਤੁਸੀਂ ਜਿੱਤ ਜਾਂਦੇ ਹੋ। ਇਸ ਤਰ੍ਹਾਂ ਨਾਲ ਤਾਂ ਨਹੀਂ ਹੋਏਗਾ ਕਿ ਕੱਲ ਨੂੰ ਤੁਸੀਂ ਵੀ ਆਖੋ ਕਿ ਯਾਰ ਆਪਾਂ ਵੀ ਕਿਹੜ ਕੱਢ ਲਈਏ? ਭਾਈ ਸਾਹਿਬ ਮੇਰਾ ਇਹ ਸੁਭਾਅ ਹੀ ਨਹੀਂ ਜੀ, ਮੈਂ ਚਾਹ ਕੇ ਵੀ ਕਿਸੇ ਦਾ ਮਾੜਾ ਨਹੀਂ ਕਰ ਸਕਦਾ। ਝੱਲ ਜ਼ਰੂਰ ਲੈਣਾ ਮੈਂ, ਪਰ ਮੈਥੋਂ ਮਾੜਾ ਹੁੰਦਾ ਨਹੀਂ ਕਿਸੇ ਦਾ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਲਿਟਰਲੀ ਮੈਨੂੰ ਤਾਂ ਇਹਦੇ ਬੱਚਿਆਂ ਵਿੱਚ ਦੀ ਵੀ ਆਪਦੇ ਬੱਚੇ ਵੇਖਣ ਲੱਗ ਜਾਂਦੇ। ਮੈਂ ਤੁਹਾਨੂੰ ਸਹੀ ਲਿਟਰਲੀ ਗੱਲ ਦੱਸਾਂ, ਕਿਉਂਕਿ ਮੇਰਾ ਆਪਦੀ ਫੈਮਿਲੀ ਨਾਲ, ਆਪਦੇ ਬੱਚਿਆਂ ਨਾਲ ਬਹੁਤ ਜ਼ਿਆਦਾ ਲਗਾਵ ਆ। ਅਤੇ ਇਹ ਤਾਂ ਚਲੋ ਹੈ ਜਿਹੋ ਜਿਹਾ ਹੈਗਾ ਜੀ, ਜਿਹੋ ਜਿਹਾ ਇਹ ਆਪਣਾ ਮੂਡ ਮਤ ਕਰੀ ਜਾਂਦਾ, ਪਰ ਮੈਂ ਤੁਹਾਨੂੰ ਇੰਨਾ ਵਿਸ਼ਵਾਸ ਦਵਾ ਦੇਣਾ ਵੀ ਮੈਥੋਂ ਨਹੀਂ ਹੋਣਾ ਇਹ ਕੰਮ, ਮੈਥੋਂ ਹੋਣਾ ਨਹੀਂ। ਮੈਂ ਤਾਂ ਸਮਾਂ ਦੀ ਜਿਹੜੇ ਸਾਡੇ ਹਲਕੇ ਦੇ ਵਿੱਚ ਇੱਕ ਡਰ ਦੇ ਸਾਏ ਹੇਠ ਲੋਕ ਜਿਉਂ ਰਹੇ ਆ, ਮੈਂ ਤਾਂ ਉਹਨਾਂ ਦਾ ਵੀ ਡਰ ਖਤਮ ਕਰਨਾ ਵੀ ਯਾਰ ਕੋਈ ਗੱਲ ਨਹੀਂ, ਜੇ ਮੈਂ ਤੁਹਾਨੂੰ ਇੱਕ ਤਰ੍ਹਾਂ ਦਾ ਮਾੜਾ ਵੀ ਲੱਗਦਾ ਨਾ, ਕੋਈ ਗੱਲ ਨਹੀਂ, ਨਾ ਵੋਟ ਪਾਓ, ਪਰ ਤੁਸੀਂ ਆਪਦਾ ਆਰਾਮ ਨਾਲ ਜੀਓ, ਖੁੱਲ੍ਹਾ ਜੀਓ, ਤੁਹਾਨੂੰ ਕੋਈ ਡਰ ਨਹੀਂ। ਮੇਰੇ ਵੱਲੋਂ ਤੁਹਾਨੂੰ ਕੋਈ ਡਰ ਨਹੀਂ ਹੋਊਗਾ ਵੀ ਯਾਰ ਆਏ ਨਾ ਡਿੰਪੀ ਕਰਦੇ ਕੋਈ ਪਰਚਾ ਪਰਿਵਾਰ 'ਚ ਕੋਈ ਹੋਰ ਮੈਂਬਰ ਦਾ ਨਹੀਂ, ਕਿਉਂਕਿ ਸਾਰੇ ਮੇਰੇ ਕਹਿਣੇ 'ਚ ਆ ਜੀ, ਇਹੋ ਜਿਹੀ ਕੋਈ ਗੱਲ ਨਹੀਂ। ਅੱਜ ਦੀ ਘੜੀ ਮੈਥੋਂ ਕੋਈ ਬਾਹਰ ਨਹੀਂ, ਹਰੇਕ ਬੰਦਾ ਮੇਰੇ ਕਹਿਣੇ 'ਚ ਆ, ਔਰ ਉਮੀਦ ਕਰਦੇ ਹਾਂ ਕਿ ਰਾਮ ਰਾਜ ਲੈ ਕੇ ਆਵਾਂਗੇ ਜੀ। ਇਹ ਰੋਜ਼ ਪਰਚਿਆਂ ਵਾਲੀ ਸਿਆਸਤ ਅਸੀਂ ਖਤਮ ਕਰਾਂਗੇ, ਇਹ ਚੱਕਰ 'ਚ ਨਹੀਂ ਪੈਣਾ। ਬਹੁਤ ਹੋ ਗਿਆ ਜੀ, ਮਤਲਬ ਕਿ ਬਹੁਤ ਥਾਣੇ ਸਾਡੇ ਪਰਚਿਆਂ ਨਾਲ ਭਰੇ ਪਏ ਆ, ਹਰੇਕ ਬੰਦੇ ਤੇ FIRਾਂ ਲੌਜ ਹੋਈਆਂ ਵੀਆਂ। FIRਾਂ ਕਰਾਉਣ ਦੀ ਬਜਾਏ ਸਮਾਂ ਦੀ ਜਿਹੜੀਆਂ ਝੂਠੀਆਂ FIRਾਂ ਹੋਈਆਂ ਵੀਆਂ, ਉਹਨਾਂ ਨੂੰ ਅਸੀਂ ਖਤਮ ਕਰਾਵਾਂਗੇ, ਉਹਨਾਂ ਨੂੰ ਖਾਰਜ ਕਰਾਵਾਂਗੇ ਜੀ। ਮਿਹਰਬਾਨੀ ਢਿੱਲੋਂ ਸਾਹਿਬ, ਤੁਸੀਂ ਸਮਾਂ ਦਿੱਤਾ, ਔਰ ਇਹ ਇੰਟਰਵਿਊ ਦੇਖਣ ਲਈ ਤੁਹਾਡਾ ਸਭ ਦਾ ਵੀ ਬਹੁਤ ਬਹੁਤ ਧੰਨਵਾਦ।